हेलो एवरीवन वेलकम टू मेहनती बच्चे दिस इज साक्षी अग्रवाल। सो ਅੱਜ ਇਸ ਲੈਕਚਰ ਦੇ ਵਿੱਚ ਆਪਾਂ ਇਕਨੋਮਿਕਸ ਦੇ ਕੁਝ ਹੋਰ ਟੌਪਿਕਸ ਡਿਸਕਸ ਕਰਾਂਗੇ। ਸੋ ਸਟਾਰਟ ਕਰਦੇ ਹਾਂ ਅੱਜ ਦੇ ਡਿਸਕਸ਼ਨ। ਸਭ ਤੋਂ ਪਹਿਲਾਂ ਆਪਾਂ ਕੁਝ ਦੇਖਦੇ ਹਾਂ ਕਿ 1991 ਤੋਂ ਬਾਅਦ ਜਿਹੜੀ ਗਵਰਨਮੈਂਟਸ ਇੰਡੀਆ ਦੀ ਉਹਨਾਂ ਨੇ ਕੁਝ ਇਕਨੋਮਿਕ ਰਿਫਾਰਮਸ ਕੀਤੇ ਸੀ। ਠੀਕ ਹੈ, ਆਪਾਂ ਨੇ ਪਿਛਲੇ ਲੈਕਚਰ ਦੇ ਵਿੱਚ 5 ਈਅਰ ਪਲਾਨਸ ਬਾਰੇ ਪੜਿਆ ਸੀਗਾ। ਹੁਣ ਦੇਖੋ 1980s ਦੇ ਵਿੱਚ ਨਾ ਬੇਸਿਕਲੀ ਕੀ ਹੋ ਰਿਹਾ ਸੀਗਾ, फाइनैशियल क्राइसिस आने स्टार्ट हो गए सीगे। क्यों? क्योंकि ਜਿਹੜੀ ਇੰਡੀਅਨ ਇਕਨੋਮੀ ਸੀ ਨਾ ਉਹਦੀ ਇਨਐਫੀਸ਼ੀਐਂਟ ਮੈਨੇਜਮੈਂਟ ਹੋ ਰਹੀ ਸੀ, ਗਵਰਨਮੈਂਟ ਦੀ ਖਰਚ ਜ਼ਿਆਦਾ ਸੀ ਆਮਦਨੀ ਦੇ ਨਾਲੋਂ। ਠੀਕ ਹੈ, ਸੋ ਇਕਨੋਮਿਕ ਕ੍ਰਾਈਸਿਸ ਆਫ 1980s ਦੇ ਵਿੱਚ ਇੰਨੇ ਤਗੜੇ ਇਕਨੋਮਿਕ ਕ੍ਰਾਈਸਿਸ ਆਏ ਕਿ ਉਹਦੇ ਨਾਲ ਕੀ ਕੁਝ ਹੋਇਆ ਦੇਖਦੇ ਹਾਂ। ਦੇਖੋ ਜਿਹੜਾ ਗਵਰਨਮੈਂਟ ਦਾ ਖਰਚਾ ਸੀ ਉਹ ਜ਼ਿਆਦਾ ਆਉਣ ਲੱਗ ਗਿਆ ਸੀ ਉਹਨਾਂ ਦੀ ਆਮਦਨੀ ਦੇ ਨਾਲੋਂ। ਠੀਕ ਹੈ, ਚੀਜ਼ਾਂ ਦੀਆਂ प्राइसिस हैं ਜਿਹੜੇ essential गुड्स हैं जिवें खान पीन ਦੀਆਂ ਚੀਜ਼ਾਂ ਨੇ ਉਹਨਾਂ ਦੇ ਵੀ ਪ੍ਰਾਈਸ हैं ਜਿਹੜੇ ਬਹੁਤ ਜ਼ਿਆਦਾ ਇਨਕਰੀਜ਼ ਹੋ ਰਹੇ ਸੀ, ਸੋ ਯਾਨੀ ਕਿ ਮਹਿੰਗਾਈ ਹੋ ਰਹੀ ਸੀ। ਉਸ ਤੋਂ ਬਾਅਦ ਨੈਕਸਟ ਕੀ ਹੈ, ਇੰਪੋਰਟਸ हैं ਜਿਹੜੇ ਉਹ ਬਹੁਤ ਜ਼ਿਆਦਾ ਹੋ ਰਹੇ ਸੀਗੇ। ਠੀਕ ਹੈ, ਐਕਸਪੋਰਟਸ ਬਹੁਤ ਘੱਟ ਹੋ ਰਹੇ ਸੀ ਤੇ ਇੰਪੋਰਟ ਬਹੁਤ ਜ਼ਿਆਦਾ ਹੋ ਰਹੇ ਸੀ। ਇੰਪੋਰਟ ਮਤਲਬ ਕੀ ਹੁੰਦਾ ਹੈ ਕਿ ਜਿਵੇਂ ਇੰਡੀਆ ਤੇ ਵਰਲਡ ਹੈ। ठीक है, सो इंपोर्ट मतलब क्या हो गया कि वर्ल्ड तो इंडिया दे विच समान आना। एक्सपोर्ट मतलब क्या हो गया कि इंडिया तो बाकी दी कंट्रीज दे विच माल जाना, उन्होंने बोलते हैं एक्सपोर्ट। ते बाकी दी कंट्रीज तो जो इंडिया जाता उन्होंने बोलते हैं इंपोर्ट। सो इंपोर्ट है जिहड़े वध रहे सी ते आपां नूं पता है कि अगर आपां कोई चीज़ बाहरों इंपोर्ट कर रहे हैं तो आपां नूं पे तां उन्हां दी करंसी च करना पऊ, डॉलर्स च करना पऊ बेसिकली। ठीक है, सो डॉलर दी वैल्यू रुपी दे नालों ज़्यादा है, सो यानी कि अपना लॉस है। उस तो बाद नैक्सट फॉरन एक्सचेंज रिजर्व्स हैं ਜਿਹੜੇ ਉਹ ਖਤਮ ਹੋ ਰਹੇ ਸੀਗੇ। ठीक है, सो मतलब ਜਿਹੜੀ ਫੋਰਨ ਕਰੰਸੀ ਹੁੰਦੀ ਕਿਉਂਕਿ ਐਕਸਪੋਰਟ ਹੋ ਨਹੀਂ ਰਹੇ ਸੀ, ਅਗਰ ਐਕਸਪੋਰਟ ਹੋਊਗਾ ਆਪਾਂ ਚੀਜ਼ਾਂ ਬਾਹਰ ਭੇਜਾਂਗੇ ਤਾਂ ਹੀ ਆਪਣੇ ਕੋਲ ਕਰੰਸੀ ਆਊਗੀ ਉਧਰ ਲਈ। ਠੀਕ ਹੈ, ਸੋ ਜਿਹੜੇ ਫੋਰਨ ਐਕਸਚੇਂਜ ਰਿਜ਼ਰਵ ਸੀਗੇ ਉਹ ਘਟ ਰਹੇ ਸੀ, ਮਤਲਬ 2 ਤੋਂ ਜ਼ਿਆਦਾ ਹਫਤੇ ਇੰਪੋਰਟ ਕਰਨ ਤੱਕ ਦਾ ਹੀ ਆਪਣੇ ਕੋਲ ਪੈਸੇ ਸੀ, ਉਹ ਤੋਂ ਵੱਧਦੇ ਨਹੀਂ ਸੀ। ਉਹ ਤੋਂ ਬਾਅਦ ਫੋਰਨ ਐਕਸਚੇਂਜ ਹੈ ਨਹੀਂ ਸੀਗਾ ਕਿ ਇੰਟਰਨੈਸ਼ਨਲ ਲੈਂਡਰਸ ਨੂੰ ਇੰਟਰਸਟ ਪੇ ਕੀਤਾ ਜਾਵੇ। ਸੋ ਇਹ ਸਾਰੀ ਚੀਜ਼ਾਂ ਨੂੰ ਦੇਖਦੇ ਹੋਏ ਜਿਹੜੀ ਇੰਡੀਅਨ ਗਵਰਨਮੈਂਟ ਹੈ ਉਹਨਾਂ ਨੇ ਇੰਟਰਨੈਸ਼ਨਲ ਬੈਂਕ ਫॉर ਰੀਕਨਸਟਰਕਸ਼ਨ ਐਂਡ ਡਿਵੈਲਪਮੈਂਟ ਦੈਟ ਇਜ਼ IRBD, ਦੈਟ ਇਜ਼ ਵਰਲਡ ਬੈਂਕ ਤੇ ਇੰਟਰਨੈਸ਼ਨਲ ਮੋਨੇਟਰੀ ਫੰਡ ਦੈਟ ਇਜ਼ IMF ਨੂੰ ਗੁਹਾਰ ਲਗਾਈ ਕਿ ਸਾਡੀ ਹੈਲਪ ਕਰੋ। ਠੀਕ ਹੈ, ਸੋ ਇੰਡੀਆ ਨੂੰ $7 ਬਿਲੀਅਨ ਹੈ ਜਿਹੜੇ ਉਹ ਪ੍ਰੋਵਾਈਡ ਕੀਤੇ ਗਏ ਕ੍ਰਾਈਸਿਸ ਨਾਲ ਲੜਨ ਦੇ ਲਈ। ਓਕੇ, ਹੁਣ ਦੇਖੋ ਇਹਨਾਂ ਨੇ IMF ਤੇ ਵਰਲਡ ਬੈਂਕ ਨੇ ਇੰਡੀਆ ਨੂੰ ਲੋਨ ਪ੍ਰੋਵਾਈਡ ਕਰਨ ਦੇ ਲਈ ਕੁਝ ਰਿਸਟ੍ਰਿਕਸ਼ਨਸ ਲਗਵਾਈਆਂ। ਬੇਸਿਕਲੀ ਕੀ ਹੋਇਆ, ਆਜ਼ਾਦੀ ਤੋਂ ਬਾਅਦ ਨਾ ਹਰ ਇੱਕ ਚੀਜ਼ ਗਵਰਨਮੈਂਟ ਨੇ ਆਪਣੇ ਕੰਟਰੋਲ 'ਚ ਲੈ ਲਈ ਸੀ। ਠੀਕ ਹੈ, ਕਿਉਂਕਿ ਬ੍ਰਿਟਿਸ਼ਰਸ ਇੰਨੇ ਸਾਲ ਰਾਜ ਕਰਕੇ ਗਏ ਸੀਗੇ। ਇਹਨਾਂ ਨੇ ਇੱਕ ਤਰੀਕੇ ਨਾਲ ਬਾਹਰਲੇ ਜਿਹੜੇ ਪਲੇਅਰਸ ਸੀਗੇ ਜਿਹੜੇ ਇੰਡੀਆ 'ਚ ਆ ਕੇ ਇਨਵੈਸਟ ਕਰਨਾ ਚਾਹੁੰਦੇ ਸੀਗੇ ਉਹਨਾਂ ਨੂੰ ਇਹਨਾਂ ਨੇ ਰੋਕ ਕੇ ਰੱਖਿਆ ਹੋਇਆ ਸੀ ਬਹੁਤ ਸਾਰੇ। ਉਹਨਾਂ ਦੇ ਉੱਪਰ ਇਹਨਾਂ ਨੇ ਟੈਕਸਿਸ ਵਗੈਰਾ ਜਾਂ ਬਹੁਤ ਸਾਰੀਆਂ ਰਿਸਟ੍ਰਿਕਸ਼ਨਸ ਵਗੈਰਾ ਲਗਾਈਆਂ ਹੋਈਆਂ ਸੀ ਕਿ ਬਾਹਰਲਾ ਬੰਦਾ ਇੰਡੀਆ 'ਚ ਆ ਕੇ ਛੇਤੀ ਇਨਵੈਸਟਮੈਂਟ ਨਹੀਂ ਕਰ ਸਕਦਾ ਸੀਗਾ। ਸੋ ਜਿਹੜਾ IMF ਸੀਗਾ ਤੇ ਵਰਲਡ ਬੈਂਕ ਸੀ ਉਹਨਾਂ ਨੇ ਕੁਝ ਕੰਡੀਸ਼ਨਸ ਰੱਖੇ ਇੰਡੀਅਨ ਗਵਰਨਮੈਂਟ ਦੇ ਅੱਗੇ ਹੈਲਪ ਕਰਨ ਦੇ ਲਈ। ਕਿਹੜੀ ਕੰਡੀਸ਼ਨ ਸੀ? ਸਭ ਤੋਂ ਪਹਿਲਾਂ ਲਿਬਰਲਾਈਜੇਸ਼ਨ, ਮਤਲਬ ਕੀ ਹੈ ਕਿ ਪ੍ਰਾਈਵੇਟ ਸੈਕਟਰ ਤੋਂ ਰਿਸਟ੍ਰਿਕਸ਼ਨਸ ਜਿਹੜੀਆਂ ਇੰਨੀਆਂ ਸਾਰੀਆਂ ਲਗਾਈਆਂ ਹੋਈਆਂ ਉਹਨੂੰ ਹਟਾਓ। ਸੈਕਿੰਡ ਹੈ ਪ੍ਰਾਈਵੇਟਾਈਜੇਸ਼ਨ ਦਾ ਮਤਲਬ ਕੀ ਹੈ ਕਿ ਗਵਰਨਮੈਂਟ ਨੇ ਸਾਰੀਆਂ ਚੀਜ਼ਾਂ ਨੂੰ ਆਪਣੇ ਹੋਲਡ 'ਚ ਰੱਖਿਆ ਹੋਇਆ ਸੀ, ਉਹਨੂੰ ਪ੍ਰਾਈਵੇਟ ਸੈਕਟਰ ਦੇ ਹੱਥ 'ਚ ਪਕੜਾਓ। ਠੀਕ ਹੈ, ਸੋ ਪ੍ਰਾਈਵੇਟਾਈਜੇਸ਼ਨ ਕਰੋ। ਗਲੋਬਲਾਈਜੇਸ਼ਨ ਮਤਲਬ ਕੀ ਹੈ ਕਿ ਟ੍ਰੇਡ ਦੇ ਉੱਪਰ ਰਿਸਟ੍ਰਿਕਸ਼ਨਸ ਹਟਾਓ। ਠੀਕ ਹੈ, ਤਾਂ ਕਿ ਜਿਹੜੀ ਟ੍ਰੇਡਿੰਗ ਹੈ ਉਹ ਗਲੋਬਲ ਲੈਵਲ ਤੇ ਹੋਵੇ। ਸੋ ਇਹ 3 ਚੀਜ਼ਾਂ ਸੀ। ਉਹ ਤੋਂ ਬਾਅਦ ਦੇਖੋ, ਸੋ ਇੰਡੀਆ ਜਿਹੜਾ ਉਹਨੇ ਵਰਲਡ ਬੈਂਕ ਤੇ IMF ਦੀ ਕੰਡੀਸ਼ਨਸ ਮੰਨ ਲੀਆਂ। ਸੋ ਨਿਊ ਇਕਨੋਮਿਕ ਪਾਲਿਸੀ ਹੈ ਜਿਹੜੀ ਉਹ ਆਈ। ਠੀਕ ਹੈ, ਨਿਊ ਇਕਨੋਮਿਕ ਪਾਲਿਸੀ ਦੇ ਨਾਲ ਕੀ ਹੋਇਆ, ਇੱਕ ਮੋਰ ਕੰਪੀਟੀਟਿਵ ਇਨਵਾਇਰਨਮੈਂਟ ਹੈ ਜਿਹੜਾ ਉਹ ਕ੍ਰੀਏਟ ਕੀਤਾ ਗਿਆ, ਬੈਰੀਅਰਸ ਹਟਾਏ ਗਏ ਤਾਂ ਕਿ ਗਰੋਥ ਹੋ ਸਕੇ ਫਰਮਸ ਦੀ। ਲਿਬਰਲਾਈਜੇਸ਼ਨ ਹੈ ਜਿਹੜਾ ਉਹਨੂੰ ਇੰਟਰੋਡਿਊਸ ਕੀਤਾ ਗਿਆ ਇੰਡੀਅਨ ਇਕਨੋਮੀ ਦੇ ਵਿੱਚ। ਠੀਕ ਹੈ, ਉਹ ਤੋਂ ਬਾਅਦ ਫੋਰਨ ਡਾਇਰੈਕਟ ਇਨਵੈਸਟਮੈਂਟ ਦੇ ਉੱਪਰ ਵੀ ਰਿਸਟ੍ਰਿਕਸ਼ਨਸ ਨੂੰ ਹਟਾਈਆਂ ਗਈਆਂ, ਦੈਟ ਇਜ਼ ਜਿਹੜੇ ਡੋਮੈਸਟਿਕ ਇੰਟਰਪ੍ਰੈਨਿਓਰ ਸੀਗੇ ਉਹਨਾਂ ਨੂੰ ਫ੍ਰੀ ਕੀਤਾ ਗਿਆ ਮੋਨੋਪੋਲੀਜ਼ ਤੇ ਰਿਸਟ੍ਰਿਕਟਿਵ ਟ੍ਰੇਡ ਪ੍ਰੈਕਟਿਸਿਸ ਤੋਂ। ਓਕੇ, ਉਹ ਤੋਂ ਬਾਅਦ ਜਿਹੜੀ ਇੰਡੀਅਨ ਇੰਡਸਟਰੀਅਲ ਇਕਨੋਮੀ ਹੈ ਉਹਨਾਂ ਨੂੰ ਬਿਊਰੋਕ੍ਰੈਟਿਕ ਕੰਟਰੋਲਸ ਤੋਂ ਛੁਡਾਇਆ ਗਿਆ। ਠੀਕ ਹੈ, ਦੈਨ ਪਬਲਿਕ ਸੈਕਟਰ ਐਂਟਰਪ੍ਰਾਈਜ਼ਸ ਦਾ ਲੋਡ ਨੂੰ ਘਟਾਉਣ ਦੇ ਲਈ ਪ੍ਰਾਈਵੇਟਾਈਜੇਸ਼ਨ ਕੀਤੀ ਗਈ। ਓਕੇ, ਸੋ ਇਹ ਸਭ ਮੈਜਰਸ ਲਿੱਤੇ ਗਏ। ਉਹ ਤੋਂ ਬਾਅਦ ਦੇਖੋ ਨੈਕਸਟ ਆਪਣੇ ਕੋਲ ਹੈ LPG ਫਰੇਮਵਰਕ ਆਫ ਰਿਫਾਰਮਸ। ਸੋ 3 ਚੀਜ਼ਾਂ ਹੋਈਆਂ, ਲਿਬਰਲਾਈਜੇਸ਼ਨ, ਪ੍ਰਾਈਵੇਟਾਈਜੇਸ਼ਨ, ਗਲੋਬਲਾਈਜੇਸ਼ਨ। ठीक है, सब तो पहला अगर आप लिबराइजेशन च गल करिए, लिबराइजेशन मतलब की होंगे कि पॉलिसी नूं थोड़ा लिबरल करता स्ट्रिक्टनेस तो। सो इंडस्ट्रीयल लाइसेंसिंग ते रजिस्ट्रेशन नूं हटाया गया, जिहड़ी क्वांटिटेटिव रिस्ट्रिक्शन सी इंपोर्ट्स के उपर ते इंपोर्ट ड्यूटीज हैं जिहड़े उन्हां नूं घटाया गया। उस तो बाद फॉरैक्स मैनेजमेंट दे उपर कंट्रोल है जिहड़ा उहनूं थोड़ा जिहा ढिला किया गया। ठीक है, करंट ते कैपिटल अकाउंट दे विच फाइनैंशियल सिस्टम रिफॉर्म्स आए।
ਉਹ ਤੋਂ ਬਾਅਦ ਪਰਸਨਲ ਤੇ ਕਾਰਪੋਰੇਟ ਟੈਕਸੇਸ਼ਨ ਉਹਨੂੰ ਘਟਾਇਆ ਗਿਆ। ਦੈਨ ਫੋਰਨ ਡਾਇਰੈਕਟ ਇਨਵੈਸਟਮੈਂਟ ਦੇ ਜਿਹੜੇ ਰੂਲਸ ਹੈ ਉਹਨਾਂ ਨੂੰ ਥੋੜਾ ਲਿਬਰਲਾਈਜ਼ ਕੀਤਾ ਗਿਆ। ਦੈਨ ਪਬਲਿਕ ਸੈਕਟਰ ਡੋਮੇਨਸ ਜਿਵੇਂ ਕਿ ਪਾਵਰ, ਟਰਾਂਸਪੋਰਟ, ਬੈਂਕਿੰਗ ਹੈ ਜਿਹੜੇ ਉਹ ਪ੍ਰਾਈਵੇਟ ਪਲੇਅਰਸ ਨੂੰ ਦਿੱਤੀ ਗਈ। ਠੀਕ ਹੈ, ਸੋ ਇਹ ਸਭ ਚੀਜ਼ਾਂ ਹੋਈਆਂ। ਉਹ ਤੋਂ ਬਾਅਦ ਨੈਕਸਟ ਦੇਖਦੇ ਆਪਾਂ ਪ੍ਰਾਈਵੇਟਾਈਜੇਸ਼ਨ ਪੋਲਿਸੀਜ਼, ਜਿਹਦੇ ਨਾਲ ਜਿਹੜੀ ਸਟੇਟ ਸੀ ਰੋਲ ਬੈਕ ਹੋ ਰਹੀ ਸੀ। ਮਤਲਬ ਕੀ ਹੈ ਕਿ ਪ੍ਰਾਈਵੇਟ ਸੈਕਟਰ ਨੂੰ ਅੱਗੇ ਲੈ ਕੇ ਆ ਰਹੇ ਸੀ ਤੇ ਗਵਰਨਮੈਂਟ ਪਿੱਛੇ ਹੋ ਰਹੀ ਸੀ। ਪ੍ਰਾਈਵੇਟਾਈਜੇਸ਼ਨ ਚ ਬੇਸਿਕਲੀ ਕੀ ਹੋਇਆ, ਜਿਹੜੇ ਸਟੇਟ ਦੇ ਐਸੈਟਸ ਹੈ ਉਹਨਾਂ ਨੂੰ ਪ੍ਰਾਈਵੇਟ ਸੈਕਟਰ ਚ ਟ੍ਰਾਂਸਫਰ ਕੀਤਾ ਗਿਆ। ਠੀਕ ਹੈ, ਡਿਸਇਨਵੈਸਟਮੈਂਟ ਕੀਤੀ ਗਈ। ਓਕੇ, ਸੋ ਨੈਕਸਟ ਦੇਖੋ, ਅਗਰ ਆਪਾਂ ਗਲੋਬਲਾਈਜੇਸ਼ਨ ਦਾ ਮਤਲਬ ਦੇਖੀਏ ਅਕੋਰਡਿੰਗ ਟੂ ਵਰਲਡ ਟ੍ਰੇਡ ਆਰਗੇਨਾਈਜੇਸ਼ਨ, ਤਾਂ ਇਹਦਾ ਮਤਲਬ ਕੀ ਹੈ ਅਨਰਿਸਟ੍ਰਿਕਟਿਡ ਕ੍ਰਾਸ ਬਾਰਡਰ ਮੂਵਮੈਂਟ ਕਰਨਾ ਗੁੱਡਸ ਦੀ, ਸਰਵਿਸਿਜ਼ ਦੀ, ਕੈਪੀਟਲ ਤੇ ਲੇਬਰ ਫੋਰਸ ਦੀ। ਸੋ ਇੱਥੇ ਮੈਂ ਤੁਹਾਨੂੰ ਇੱਕ ਚੀਜ਼ ਦਾ ਮੀਨਿੰਗ ਦੱਸਣਾ ਚਾਹੁੰਦੀ ਹਾਂ, ਡਿਸਇਨਵੈਸਟਮੈਂਟ ਦਾ ਮਤਲਬ ਕੀ ਹੈ ਕਿ ਗਵਰਨਮੈਂਟ ਹੈ ਜਿਹੜੇ ਉਹਨੇ ਆਪਣੀ ਪ੍ਰਾਪਰਟੀ ਨੂੰ ਜਾਂ ਜੋ ਵੀ ਉਹਨਾਂ ਦੇ ਐਸੈਟਸ ਹੈ ਉਹਨਾਂ ਨੂੰ ਸੇਲ ਕਰਨਾ ਸ਼ੁਰੂ ਕਰਤਾ। ਹੁਣ ਅਗਰ ਗਵਰਨਮੈਂਟ ਆਪਣੇ ਐਸੈਟ ਸੇਲ ਕਰ ਰਹੀ ਹੈ ਮਤਲਬ ਕਿਸੇ ਪ੍ਰਾਈਵੇਟ ਬੰਦੇ ਨੂੰ ਦਊ, ਸੋ ਯਾਨੀ ਕਿ ਪ੍ਰਾਈਵੇਟਾਈਜੇਸ਼ਨ ਹੋ ਰਹੀ ਹੈ। ਇਹ ਮਤਲਬ ਹੁੰਦਾ ਡਿਸਇਨਵੈਸਟਮੈਂਟ ਦਾ। ਉਹ ਤੋਂ ਬਾਅਦ ਨੈਕਸਟ ਦੇਖੋ, ਡਿਸਇਨਵੈਸਟਮੈਂਟ ਗਵਰਨਮੈਂਟ ਕਿਉਂ ਕਰ ਰਹੀ ਸੀ, ਤਾਂ ਕਿ ਪ੍ਰਾਈਵੇਟਾਈਜੇਸ਼ਨ ਹੋ ਸਕੇ। ਠੀਕ ਹੈ, ਗਵਰਨਮੈਂਟ ਦਾ ਜਿਹੜਾ ਰੋਲ ਹੈ ਹਰ ਇੱਕ ਚੀਜ਼ ਦੇ ਵਿੱਚ ਉਹ ਘਟ ਸਕੇ। ਓਕੇ, ਸੋ ਇਹੀ ਕਾਰਨ ਹੈ। ਉਹ ਤੋਂ ਬਾਅਦ ਨੈਕਸਟ ਦੇਖੋ, ਰੰਗਰਾਜਨ ਕਮੇਟੀ ਔਨ ਡਿਸਇਨਵੈਸਟਮੈਂਟ। ਇਹ ਯਾਦ ਰੱਖਿਓ ਕਿ ਕਿਹੜੀ ਕਮੇਟੀ ਫਾਰਮ ਹੋਈ ਸੀਗੀ ਡਿਸਇਨਵੈਸਟਮੈਂਟ ਦੇ ਉੱਪਰ, ਰੰਗਰਾਜਨ ਕਮੇਟੀ 1993। ਬਸ ਤੁਸੀਂ ਇੰਨਾ ਯਾਦ ਰੱਖਣਾ ਹੈ। ਠੀਕ ਹੈ, ਪੇਪਰ ਦੇ ਵਿੱਚ ਐਸੀ ਚੀਜ਼ਾਂ ਹੀ ਪੁੱਛੀਆਂ ਜਾਂਦੀਆਂ ਨੇ। ਉਹ ਤੋਂ ਬਾਅਦ ਨੈਕਸਟ ਆਪਣੇ ਕੋਲ ਹੈ ਗ੍ਰੀਨ ਰੈਵੋਲੂਸ਼ਨ। ਗ੍ਰੀਨ ਰੈਵੋਲੂਸ਼ਨ ਦਾ ਮਤਲਬ ਕੀ ਹੈ, ਐਗਰੀਕਲਚਰ ਪ੍ਰੋਡਕਟਿਵਿਟੀ ਨੂੰ ਇਨਕਰੀਜ਼ ਕਰਨਾ, ਮਾਡਰਨ ਟੂਲਸ ਟੈਕਨੀਕਸ ਦਾ ਸਹਾਰਾ ਲੈ ਕੇ ਐਗਰੀਕਲਚਰ ਪ੍ਰੈਕਟਿਸਿਸ ਦੇ ਵਿੱਚ। ਸੋ ਸਭ ਤੋਂ ਪਹਿਲਾਂ ਆਪਾਂ ਬੈਕਗ੍ਰਾਉਂਡ ਦੇਖਦੇ ਹਾਂ। ਦੇਖੋ, ਜਦੋਂ ਆਜ਼ਾਦੀ ਹੋਣੀ ਸੀ ਉਸ ਟਾਈਮ ਤੇ ਜਿਹੜਾ ਇੰਡੀਆ ਹੈ ਉਹ ਐਗਰੀਕਲਚਰ ਇਕਨੋਮੀ ਸੀਗਾ। ਠੀਕ ਹੈ, ਬਟ ਇੰਡੀਆ ਦਾ ਜਿਹੜਾ ਐਗਰੀਕਲਚਰ ਸੈਕਟਰ ਸੀਗਾ ਉਹਦੀ ਜ਼ਿਆਦਾ ਅੱਛੀ ਗਰੋਥ ਨਹੀਂ ਸੀਗੀ। ਠੀਕ ਹੈ, ਕਿਉਂ? ਕਿਉਂਕਿ ਉਹਦੇ ਵਿੱਚ ਇਨਵੈਸਟਮੈਂਟ ਇੰਨੀ ਜ਼ਿਆਦਾ ਨਹੀਂ ਸੀ, ਟੈਕਨੋਲੋਜੀ ਦਾ ਜ਼ਿਆਦਾ ਯੂਜ਼ ਨਹੀਂ ਹੋ ਰਿਹਾ ਸੀ, ਮਤਲਬ ਪ੍ਰੋਡਕਸ਼ਨ ਪਰ ਯੀਲਡ ਤੋਂ ਕੁਝ ਖਾਸ ਮਿਲ ਨਹੀਂ ਰਹੀ ਸੀ। ਠੀਕ ਹੈ, ਸੋ ਇਹ ਸਾਰੇ ਕਾਰਨ ਸੀ। ਸੋ 1947 ਤੋਂ ਬਾਅਦ ਇੰਡੀਆ ਨੇ ਆਪਣੀ ਇਕਨੋਮੀ ਨੂੰ ਦੁਬਾਰਾ ਤੋਂ ਐਸਟੈਬਲਿਸ਼ ਕਰਨਾ ਸੀ, ਕਿਉਂਕਿ ਜਿਹੜੀ 75% ਪਾਪੂਲੇਸ਼ਨ ਸੀ ਇੰਡੀਆ ਦੀ ਉਹ ਸਿੱਧੀ ਐਗਰੀਕਲਚਰ ਦੇ ਉੱਪਰ ਹੀ ਡਿਪੈਂਡ ਕਰ ਰਹੀ ਸੀ। ਠੀਕ ਹੈ, ਬਟ ਐਗਰੀਕਲਚਰ ਦੇ ਵਿੱਚ ਕਾਫੀ ਸਾਰੀ ਪ੍ਰੋਬਲਮਸ ਆ ਰਹੀਆਂ ਸੀ, ਜਿਵੇਂ ਕਿ लैंड होल्डिंग की फ्रैगमेंटेशन हो रही सी, मतलब बहुत बड़ा लैंड है। ठीक है, और छोटे छोटे पार्ट्स च डिवाइड हो रहा सी फैमिली मैंबर्स दे विच। ओके, उस तो बाद इंडियन इकोनॉमी है जिहड़ी मॉनसून डिपेंडेंट है। सो इरीगेशन फैसिलिटीज प्रॉपर ना होने दे करके प्रोडक्शन है जिहड़ी वो नहीं वधिया हो रही सी। 1965 दे विच MS स्वामीनाथन ने, जिन्हां नूं फादर ऑफ ग्रीन रेवोल्यूशन भी बोलते हैं, उन्होंने ग्रीन रेवोल्यूशन की शुरुआत की इंडिया दे विच। ठीक है, तो 1967 तो लैके 1978 तक जिहड़ी ग्रीन रेवोल्यूशन है इंडिया दे विच रही। सो याद रखियो, इंडिया दे विच ग्रीन रेवोल्यूशन दा फादर किहनूं बोलते हैं? MS स्वामीनाथन। सो इत्थे तुहानूं मैं होर फैक्ट दसना चाहनी हां कि पूरे वर्ल्ड दे विच अगर आपां गल करिए तां फादर ऑफ ग्रीन रेवोल्यूशन किहनूं बोलते हैं? नॉर्मन बोरलॉग। अगर आप इंडिया की गल करिए तो MS स्वामीनाथन, क्योंकि इंडिया दे विच ग्रीन रेवोल्यूशन की शुरुआत इन्होंने की सी। अगर आप पूरे वर्ल्ड की गल करिए तो नॉर्मन बोरलॉग। ओके, सो हुण देखो ग्रीन रेवोल्यूशन के फीचर्स की है। ग्रीन रेवोल्यूशन दे विच हाई ईल्ड वैरायटी जिन्हों HYV सीड्स बोलते हैं उहदा यूज किया जाता है। ठीक है, ग्रीन रेवोल्यूशन जिहड़ा है वो फस्ट फोकस किया गया बैटर इंफ्रास्ट्रक्चर दे नाल। वो स्टेट्स दे विच किहड़ी-किहड़ियां? तमिलनाडु एंड पंजाब। सो यानी कि पहला ग्रीन रेवोल्यूशन की शुरुआत उस स्टेट्स च की गई जिन्हां दे विच अच्छा इंफ्रास्ट्रक्चर सीगा, जिवें तमिलनाडु, पंजाब। ठीक है, क्योंकि इत्थे रिच इरीगेशन फैसिलिटीज सीगियां। उस तो बाद सैकेंड फेज दे विच जिहड़ी हाई यील्ड वैरायटी सीड्स हैं वो दूसरी स्टेट्स नूं दित्ते गए। ठीक है, तो वीट तो इलावा भी होर चीज़ां उगाईयां गईयां। जिहड़ी ग्रीन रेवोल्यूशन है उन्हें इरीगेशन सिस्टम नूं इंडिया दे विच काफ़ी ज़्यादा इंप्रूव किया। कमर्शियल क्रॉप्स, कैश क्रॉप्स जिवें कि कॉटन, जूट, ऑयल सीड्स वगैरह ने ਉਹ ग्रीन रेवोल्यूशन का पार्ट नहीं सी। ਇਹਦੇ ਵਿੱਚ मेनली वीट ते राइस ਨੂੰ ਉਗਾਇਆ ਜਾਂਦਾ ਸੀ। मेन 2 क्रॉप्स ਜਿਹੜੇ ग्रीन रेवोल्यूशन ਦੇ ਵਿੱਚ ਰਹੀਆਂ ਉਹ ਇਹ ਦੋਨੋਂ ਰਹੀਆਂ। ठीक है, आ देखो नैक्सट पॉइंट यही दिता है कि ग्रीन रेवोल्यूशन ਦੇ ਵਿੱਚ ਜਿਹੜਾ मेन एम्फेसाइज दिता गया ਸੀ ਉਹ वीट ते राइस ਤੇ दिता गया ਸੀ। ਇਹ भी बहुत बार पेपर 'ਚ ਪੁੱਛ चुके, सो याद रखियो। ओके, फार्म प्रोडक्टिविटी ਨੂੰ ਇਨਕਰੀਜ਼ ਕਰਨ ਦੇ ਲਈ ਜਿਹੜਾ ग्रीन रेवोल्यूशन है ਉਹਦੇ ਵਿੱਚ फर्टिलाइजर्स, वीडीसाइड्स, पेस्टिसाइड्स वगैरह का भी यूज करना शुरू किया गया। ओके, उस तो बाद
ਕਮਰਸ਼ੀਅਲ ਫਾਰਮਿੰਗ ਹੈ ਜਿਹੜੀ ਉਹਦੀ ਸ਼ੁਰੂਆਤ ਹੋਈ ਇੰਡੀਆ ਦੇ ਵਿੱਚ ਗ੍ਰੀਨ ਰੈਵੋਲੂਸ਼ਨ ਦੇ ਨਾਲ। ਮਸ਼ੀਨਰੀ ਟੈਕਨੋਲੋਜੀ ਦਾ ਯੂਜ਼ ਕੀਤਾ ਜਾਣ ਲੱਗਿਆ, ਠੀਕ ਹੈ। ਪਹਿਲਾਂ ਇਹ ਸਭ ਚੀਜ਼ਾਂ ਯੂਜ਼ ਨਹੀਂ ਕਰਦੇ ਸੀ, ਪਹਿਲਾਂ ਟ੍ਰੈਡੀਸ਼ਨਲ ਮੈਥਡਸ ਨਾਲ ਕਰਦੇ ਸੀਗੇ ਮਤਲਬ ਫਾਰਮਿੰਗ। ਸੋ ਗ੍ਰੀਨ ਰੈਵੋਲੂਸ਼ਨ ਤੋਂ ਬਾਅਦ ਮਸ਼ੀਨਰੀਜ਼ ਟੈਕਨੋਲੋਜੀ ਦਾ ਯੂਜ਼ ਕੀਤਾ ਜਾਣ ਲੱਗਿਆ। ਓਕੇ, ਫਸਟ green revolution, high yield variety of wheat and rice have been key elements in Indian green revolution. Though the term green revolution refer to wheat and rice, some agricultural scientists include maize, soybean, sugarcane, where spectacular gains in yield have occurred. So mainly ਇਹਦੇ ਵਿੱਚ ਕੀ ਦੱਸਿਆ ਹੋਇਆ ਕਿ ਮੇਨ ਜਿਹੜੀ ਗ੍ਰੀਨ ਰੈਵੋਲੂਸ਼ਨ ਸੀਗੀ ਉਹ ਵੀਟ ਤੇ ਰਾਈਸ ਨਾਲ ਰਿਲੇਟਡ ਸੀ, ਬਟ ਕਈ ਜਾਣੇ ਇਹਦੇ ਵਿੱਚ ਮੇਜ਼, ਸੋਇਆਬੀਨ, ਸ਼ੂਗਰਕੇਨ ਨੂੰ ਵੀ ਇਨਵੋਲਵ ਕਰਦੇ ਨੇ ਕਿਉਂਕਿ ਇਹਨਾਂ ਦੇ ਵਿੱਚ ਵੀ ਕਾਫੀ ਜ਼ਿਆਦਾ ਪ੍ਰੋਫਿਟ ਦੇਖਣ ਨੂੰ ਮਿਲਿਆ ਸੀ, ਇਹਨਾਂ ਦੀ ਯੀਲਡ ਬਹੁਤ ਇਨਕਰੀਜ਼ ਹੋ ਗਈ ਸੀ। ਉਹ ਤੋਂ ਬਾਅਦ ਨੈਕਸਟ ਦੇਖੋ ਹੁਣ ਕੰਪੋਨੈਂਟਸ ਕੀ ਹੈ ਗ੍ਰੀਨ ਰੈਵੋਲੂਸ਼ਨ ਦੇ। ਇਹਦੇ ਵਿੱਚ ਹਾਈ ਯੀਲਡ ਵੈਰਾਈਟੀ ਸੀਡਸ ਦਾ ਯੂਜ਼ ਕੀਤਾ ਜਾਂਦਾ ਹੈ, ਕੈਮੀਕਲ ਫਰਟੀਲਾਈਜ਼ਰਸ, ਪੈਸਟੀਸਾਈਡਸ ਦਾ ਯੂਜ਼ ਕੀਤਾ ਜਾਂਦਾ ਹੈ, ਇਰੀਗੇਸ਼ਨ ਫੈਸਿਲਿਟੀਜ਼ ਬਹੁਤ ਇੰਪਰੂਵ ਕੀਤੀਆਂ ਜਾਂਦੀਆਂ ਨੇ ਤੇ ਐਗਰੀਕਲਚਰ ਦੀ ਮੈਕਨਾਈਜੇਸ਼ਨ ਹੁੰਦੀ ਹੈ। ਮੈਕਨਾਈਜੇਸ਼ਨ ਮਤਲਬ ਕੀ ਹੁੰਦਾ ਹੈ ਕਿ ਮਾਡਰਨ ਟੈਕਨੋਲੋਜੀ ਦਾ ਯੂਜ਼ ਕੀਤਾ ਜਾਂਦਾ, ਜਿਵੇਂ ਹਾਰਵੈਸਟਰਸ ਹੋ ਗਏ, ਡਰਿਲਸ ਹੋ ਗਏ, ਠੀਕ ਹੈ। ਸੋ ਇਹ ਸਭ 1970 ਦੇ ਵਿੱਚ ਜਿਹੜੇ ਨਾਰਮਨ ਈ ਬੋਰਲੌਗ ਸੀ ਉਹਨਾਂ ਨੂੰ ਨੋਬਲ ਪ੍ਰਾਈਜ਼ ਮਿਲਿਆ ਗ੍ਰੀਨ ਰੈਵੋਲੂਸ਼ਨ ਦੇ ਲਈ, ਠੀਕ ਹੈ। ਸੋ ਇਹ ਮੈਂ ਤੁਹਾਨੂੰ ਦੱਸ ਹੀ ਚੁੱਕੀ ਕਿ ਪੂਰੇ ਵਰਲਡ ਦੇ ਵਿੱਚ ਜਿਨ੍ਹਾਂ ਨੇ ਗ੍ਰੀਨ ਰੈਵੋਲੂਸ਼ਨ ਦੀ ਸ਼ੁਰੂਆਤ ਕੀਤੀ ਸੀ ਉਹ ਸੀ ਨਾਰਮਨ ਈ ਬੋਰਲੌਗ। ਓਕੇ, ਉਹ ਤੋਂ ਬਾਅਦ ਨੈਕਸਟ ਹੁਣ ਕੁਝ ਹੋਰ ਰੈਵੋਲੂਸ਼ਨ ਦੇਖੋ, ਜਿਵੇਂ ਬਲੈਕ ਰੈਵੋਲੂਸ਼ਨ ਪੈਟਰੋਲੀਅਮ ਪ੍ਰੋਡਕਸ਼ਨ ਨਾਲ ਰਿਲੇਟਡ ਹੈ, ਬਲੂ ਰੈਵੋਲੂਸ਼ਨ ਫਿਸ਼ ਪ੍ਰੋਡਕਸ਼ਨ ਨਾਲ ਰਿਲੇਟਡ ਹੈ, ਬ੍ਰਾਊਨ ਰੈਵੋਲੂਸ਼ਨ ਲੈਦਰ ਪ੍ਰੋਡਕਸ਼ਨ ਨਾਲ ਰਿਲੇਟਡ ਹੈ, ਗੋਲਡਨ ਰੈਵੋਲੂਸ਼ਨ ਹਾਰਟੀਕਲਚਰ ਹਨੀ ਫਰੂਟਸ ਪ੍ਰੋਡਕਸ਼ਨ ਨਾਲ ਰਿਲੇਟਡ ਹੈ, then green revolution agriculture production ਨਾਲ related ਹੈ, grey revolution fertilizer ਨਾਲ related ਹੈ, pink revolution meat ਤੇ poultry ਨਾਲ related ਹੈ, silver revolution egg ਨਾਲ related ਹੈ, white revolution dairy ਤੇ milk production ਨਾਲ related ਹੈ, then yellow revolution oil seed production ਨਾਲ related ਹੈ। ਉਹ ਤੋਂ ਬਾਅਦ ਹੁਣ ਆਪਾਂ next ਪੜ੍ਹਦੇ ਹਾਂ ਮਨੀ। ਦੇਖੋ ਸਭ ਤੋਂ ਪਹਿਲਾਂ ਮਨੀ ਆਪਣੀ ਡੇ ਟੂ ਡੇ ਲਾਈਫ ਦੇ ਵਿੱਚ ਮਨੀ ਦਾ ਬਹੁਤ ਬੜਾ ਰੋਲ ਹੈ। ਆਪਾਂ ਨੇ ਕੁਝ ਵੀ ਪਰਚੇਸ ਕਰਨਾ ਹੈ, ਕੁਝ ਵੀ ਚਾਹੀਦਾ ਆਪਾਂ ਨੂੰ, ਕੁਝ ਖਾਣਾ ਹੈ, ਠੀਕ ਹੈ, ਕੁਝ ਵੀ, ਸੋ ਉਹਦੇ ਲਈ ਆਪਾਂ ਨੂੰ ਮਨੀ ਚਾਹੀਦੀ ਹੈ। ਸੋ ਮਨੀ ਕੀ ਹੈ? ਮਨੀ ਇੱਕ ਐਸੀ ਕਮੋਡਿਟੀ ਹੈ ਜਿਹਨੂੰ ਕਿ ਅਸੈਪਟ ਕੀਤਾ ਹੋਇਆ ਹੈ ਐਜ਼ ਅ ਮੀਡੀਅਮ ਆਫ ਐਕਸਚੇਂਜ, ਠੀਕ ਹੈ। ਸੋ ਮਨੀ ਦਾ ਮਤਲਬ ਕੀ ਹੈ? ਮਨੀ ਕੋਈ ਵੀ ਐਸੀ ਚੀਜ਼ ਹੈ ਜਿਹਨੂੰ ਕਿ ਅਸੈਪਟ ਕੀਤਾ ਜਾਂਦਾ ਹੈ ਐਜ਼ ਅ ਪੇਮੈਂਟ ਫॉर ਗੁੱਡਸ ਔਰ ਸਰਵਿਸਿਜ਼ ਔਰ ਸੈਟਲਮੈਂਟਸ ਆਫ ਡੈਟ। ਓਕੇ, ਸੋ ਦੈਨ ਬਾਰਟਰ ਸਿਸਟਮ। ਬਾਰਟਰ ਸਿਸਟਮ ਦਾ ਮਤਲਬ ਕੀ ਹੈ? ਐਕਸਚੇਂਜ ਕਰਨਾ ਗੁੱਡਸ ਨੂੰ ਅਦਰ ਗੁੱਡਸ ਲਈ। ਸੋ ਸਪੋਜ਼ ਕਰੋ ਇਹ ਪਰਸਨ ਹੈ, ਠੀਕ ਹੈ, ਦੋ, ਜਿਹੜਾ A ਪਰਸਨ ਹੈ ਇਹ B ਹੈ। ਹੁਣ ਜਿਹੜਾ A ਪਰਸਨ ਹੈ, ਠੀਕ ਹੈ, ਇਹ ਸਪੋਜ਼ ਕਰੋ ਉਗਾਉਂਦਾ ਟੋਮੈਟੋਸ ਤੇ ਜਿਹੜਾ B ਪਰਸਨ ਹੈ ਇਹ ਉਗਾਉਂਦਾ ਪੋਟੈਟੋਸ, ਠੀਕ ਹੈ। ਹੁਣ ਜਿਹੜਾ A ਪਰਸਨ ਹੈ ਉਹਨੂੰ ਪੋਟੈਟੋ ਦੀ ਜ਼ਰੂਰਤ ਹੈ, ਯਾਨੀ ਕਿ ਆਲੂ ਦੀ ਜ਼ਰੂਰਤ ਹੈ। ਜਿਹੜਾ A ਹੈ ਉਹਨੂੰ ਜਿਹੜਾ A ਹੈ ਉਹਨੂੰ ਆਲੂ ਦੀ ਜ਼ਰੂਰਤ ਹੈ, ਜਿਹੜਾ B ਉਹਨੂੰ ਟਮਾਟਰ ਦੀ ਜ਼ਰੂਰਤ ਹੈ। ਸੋ ਇਹ ਕੀ ਕਰਨਗੇ, ਜਿਵੇਂ ਹੁਣ ਆਪਾਂ ਕੀ ਕਰਦੇ ਹਾਂ ਕਿ ਪੈਸੇ ਦੇਤੇ, ਜਿਵੇਂ ਸਬਜ਼ੀ ਵਾਲਾ ਆਉਂਦਾ ਉਹਨੂੰ ਪੈਸੇ ਦੇਤੇ, ਉਹ ਤੋਂ ਸਬਜ਼ੀ ਖਰੀਦ ਲਈ, ਠੀਕ ਹੈ। ਕੁਝ ਪਹਿਲਾਂ ਟਾਈਮ ਐਸਾ ਹੁੰਦਾ ਸੀਗਾ ਕਿ ਉਹਦੇ ਵਿੱਚ ਪੈਸੇ ਨਹੀਂ ਚੱਲਦੇ ਹੁੰਦੇ ਸੀ, ਸੋ ਉਸ ਟਾਈਮ ਤੇ ਲੋਕ ਕੀ ਕਰਦੇ ਸੀ, ਉਦੋਂ ਬਾਰਟਰ ਸਿਸਟਮ ਚੱਲਦਾ ਹੁੰਦਾ ਸੀ। ਜਿਵੇਂ ਹੁਣ A ਨੂੰ ਜ਼ਰੂਰਤ ਹੈ ਆਲੂ ਦੀ, B ਨੂੰ ਜ਼ਰੂਰਤ ਹੈ ਟਮਾਟਰ ਦੀ, ਤਾਂ ਇਹ ਕੀ ਕਰਨਗੇ, ਇੱਕ ਦੂਜੇ ਨੂੰ ਪੈਸੇ ਦੇਣ ਦੀ ਬਜਾਏ ਜਿਹੜਾ B ਹੈ ਉਹ A ਨੂੰ ਆਲੂ ਦੇ ਦੂਗਾ ਤੇ ਜਿਹੜਾ A ਹੈ ਉਹ B ਨੂੰ ਟਮਾਟਰ ਦੇ ਦੂਗਾ। ਸੋ ਇਸ ਤਰੀਕੇ ਨਾਲ ਇਹ ਗੁੱਡਸ ਨੂੰ ਐਕਸਚੇਂਜ ਕਰਨਗੇ, ਠੀਕ ਹੈ। ਸੋ ਇਹ ਹੁੰਦਾ ਬਾਰਟਰ ਸਿਸਟਮ, ਯਾਨੀ ਕਿ ਇਹਦੇ ਵਿੱਚ ਮਨੀ ਦਾ ਯੂਜ਼ ਨਹੀਂ ਕੀਤਾ ਜਾਂਦਾ। ਬਟ ਬਾਰਟਰ ਸਿਸਟਮ ਦੇ ਵਿੱਚ ਪ੍ਰੋਬਲਮ ਕੀ ਹੈ ਕਿ ਅਗਰ A ਨੂੰ ਪੋਟੈਟੋ ਦੀ ਜ਼ਰੂਰਤ ਹੈ, ਠੀਕ ਹੈ, ਆਲੂ ਚਾਹੀਦੇ ਨੇ, ਤਾਂ A ਨੂੰ ਐਸਾ ਬੰਦਾ ਦੇਖਣਾ ਪਊਗਾ ਨਾ ਜਿਹਦੇ ਕੋਲ ਆਲੂ ਹੋਣ ਤੇ ਜਿਹਨੂੰ ਜੋ A ਕੋਲ ਚੀਜ਼ ਹੈ ਉਹਨੂੰ ਉਹ ਚੀਜ਼ ਦੀ ਜ਼ਰੂਰਤ ਹੋਵੇ, ਤਾਂ ਹੀ ਇਹ ਚੀਜ਼ ਹੋ ਪਾਊਗੀ। ਸੋ ਬਾਰਟਰ ਸਿਸਟਮ ਦੇ ਵਿੱਚ ਕਿਹੜੀ ਪ੍ਰੋਬਲਮ ਆਉਂਦੀ ਸੀ? ਡਬਲ ਕੋਇਨਸੀਡੈਂਸ ਆਫ ਵਾਂਟ, ਕਿ ਦੋਨੋਂ ਇੱਕ ਦੂਜੇ ਦੀ ਚੀਜ਼ ਲੈਣਾ ਚਾਹੁੰਦੇ ਹੋਣ। ਇੱਕ ਵਾਰ ਪੇਪਰ 'ਚ ਕੁਐਸਚਨ ਆਇਆ ਸੀ ਕਿ ਬਾਰਟਰ ਸਿਸਟਮ 'ਚ ਕੀ ਪ੍ਰੋਬਲਮ ਆਉਂਦੀ ਹੈ, ਠੀਕ ਹੈ। ਸੋ ਬਾਰਟਰ ਸਿਸਟਮ ਹੈ ਜਿਹੜਾ ਉਹਦੇ ਵਿੱਚ ਡਾਇਰੈਕਟ ਪਰਚੇਸ ਗੁੱਡਸ ਦੀ ਨਹੀਂ ਹੁੰਦੀ ਕਿਉਂਕਿ ਕਾਮਨ ਯੂਨਿਟ ਨਹੀਂ ਹੁੰਦਾ ਐਕਸਚੇਂਜ ਦਾ। ਓਕੇ, ਸੋ ਡਬਲ ਕੋਇਨਸੀਡੈਂਟ ਆਫ ਵਾਂਟ ਕੀ ਹੈ? ਇਹ ਇਕਨੋਮਿਕ ਫੈਨੋਮੀਨਾ ਹੈ ਜਿਹਦੇ ਵਿੱਚ ਦੋਨੋਂ ਪਾਰਟੀਆਂ ਜਿਹੜੀਆਂ ਨੇ ਉਹ ਹੋਲਡ ਕਰਦੀਆਂ ਨੇ ਆਈਟਮ ਜੋ ਕਿ ਦੂਸਰਾ ਬੰਦਾ ਚਾਹੁੰਦਾ ਹੈ। ਸੋ ਡਾਇਰੈਕਟਲੀ ਐਕਸਚੇਂਜ ਕਰ ਲੈਂਦੀਆਂ ਨੇ ਉਹ ਵਿਦਆਊਟ ਐਨੀ ਮੋਨੇਟਰੀ ਮੀਡੀਅਮ। ਓਕੇ, ਜਿਵੇਂ ਇਹਦੇ ਵਿੱਚ ਦਿੱਤਾ ਹੈ ਕਿ ਇੱਕ ਸ਼ੂ ਮੇਕਰ ਹੈ ਉਹ ਵੀਟ ਖਰੀਦਣਾ ਚਾਹੁੰਦਾ ਹੈ ਤੇ ਜਿਹੜਾ ਫਾਰਮਰ ਹੈ ਉਹ ਸ਼ੂਜ਼ ਖਰੀਦਣਾ ਚਾਹੁੰਦਾ ਹੈ, ਠੀਕ ਹੈ। ਸੋ ਦੋਨੋਂ ਐਕਸਚੇਂਜ ਕਰ ਲੈਣਗੇ ਆਪਣੀ ਕਮੋਡਿਟੀ। ਉਹ ਤੋਂ ਬਾਅਦ ਨੈਕਸਟ ਆਪਣੇ ਕੋਲ ਹੈ ਮੈਟੈਲਿਕ ਮਨੀ। ਜਿਹੜੀ ਮੈਟੈਲਿਕ ਮਨੀ ਹੁੰਦੀ ਹੈ ਉਹ ਕਿਹੜੀ ਮਨੀ ਹੁੰਦੀ ਹੈ? ਐਸੀ ਮਨੀ ਜਿਹੜੀ ਕਿ ਪਿਓਰ ਤੇ ਸੁਪੀਰੀਅਰ ਮੈਟਲ ਜਿਵੇਂ ਕਿ 골ਡ ਜਾਂ ਸਿਲਵਰ ਦੀ ਬਣੀ ਹੋਵੇ ਉਹਨੂੰ ਬੋਲਦੇ ਆ ਮੈਟੈਲਿਕ ਮਨੀ। ਜਿਹੜੀ ਮੈਟੈਲਿਕ ਮਨੀ ਹੁੰਦੀ ਹੈ, ਠੀਕ ਹੈ, ਉਹਦੀ ਫੇਸ ਵੈਲਿਊ ਇਕੁਅਲ ਹੁੰਦੀ ਹੈ ਉਹਦੀ ਇੰਟ੍ਰਿੰਸਿਕ ਵੈਲਿਊ ਦੇ। ਓਕੇ,
ਸੋ ਵੈਲਿਊ ਜਿਹੜੀ ਇਨਸਕ੍ਰਾਈਬ ਕੀਤੀ ਹੋਈ ਕੋਇਨ ਤੇ ਉਹਨੂੰ ਬੋਲਦੇ ਆ ਫੇਸ ਵੈਲਿਊ, ਤੇ ਮੈਟਲ ਦੀ ਜਿਹੜੀ ਵੈਲਿਊ ਉਹਨੂੰ ਬੋਲਦੇ ਆ ਇੰਟ੍ਰਿੰਸਿਕ ਵੈਲਿਊ। ਹੁਣ ਸਪੋਜ਼ ਕਰੋ ਤੁਹਾਡੇ ਕੋਲ ₹100 ਦਾ 골ਡ ਕੋਇਨ ਹੈ ਸਪੋਜ਼, ਠੀਕ ਹੈ। ਹੁਣ 골ਡ ਕੋਇਨ ਹੈ ਉਹਦੇ ਉੱਪਰ ਜਿਵੇਂ 100 ਲਿਖਿਆ ਹੋਇਆ ਹੈ, ਜਿਹੜਾ 100 ਲਿਖਿਆ ਹੋਇਆ ਹੈ ਉਹ ਹੋ ਗਈ ਉਹਦੀ ਫੇਸ ਵੈਲਿਊ ਕਿ ਫੇਸ ਤੇ ਕਿੰਨੀ ਵੈਲਿਊ ਦਿਖ ਰਹੀ ਹੈ, ਤੇ ਉਹ 골ਡ ਦੀ ਖੁਦ ਵੀ ਆਪਣੇ ਆਪ ਚ ਵੈਲਿਊ ਉਹ ਹੋ ਗਈ ਇੰਟ੍ਰਿੰਸਿਕ ਵੈਲਿਊ। ਸੋ ਮੈਟੈਲਿਕ ਮਨੀ ਕਿਹੜੀ ਹੁੰਦੀ ਹੈ ਜਿਹਦੀ ਫੇਸ ਵੈਲਿਊ ਵੀ ਹੁੰਦੀ ਹੈ ਤੇ ਇੰਟ੍ਰਿੰਸਿਕ ਵੈਲਿਊ ਵੀ ਹੁੰਦੀ ਹੈ, ਠੀਕ ਹੈ। ਹੁਣ ਦੇਖੋ ਜਿਵੇਂ ਕਿ ਅਗਰ ਆਪਾਂ ਗੱਲ ਕਰੀਏ ਮੋਹਰ ਦੀ, ਮੋਹਰ 골ਡ ਦੀ ਬਣੀ ਹੁੰਦੀ ਸੀ, ਰੁਪਈਆ ਸਿਲਵਰ ਦਾ ਬਣਿਆ ਹੁੰਦਾ ਹੈ, ਠੀਕ ਹੈ। ਦਾਮ ਪੈਸਾ ਜਿਹੜਾ ਉਹ ਕਾਪਰ ਜਾਂ ਬ੍ਰੌਂਜ਼ ਦਾ ਬਣਿਆ ਹੁੰਦਾ ਹੈ। ਓਕੇ, ਸੋ ਨੈਕਸਟ ਆਪਣੇ ਕੋਲ ਹੈ ਪੇਪਰ ਮਨੀ ਜਾਂ ਫਿਰ ਫਿਆਟ ਮਨੀ। ਦੇਖੋ ਜਿਹੜੀ ਪੇਪਰ ਮਨੀ ਹੁੰਦੀ ਹੈ ਉਹ ਕਿਹੜੀ ਮਨੀ ਹੁੰਦੀ ਹੈ, ਉਹ ਐਸੀ ਮਨੀ ਹੁੰਦੀ ਹੈ ਜਿਹਨੂੰ ਕਿ ਨੈਸ਼ਨਲ ਗਵਰਨਮੈਂਟ ਨੇ ਅਸੈਪਟ ਕੀਤਾ ਹੋਵੇ, ਠੀਕ ਹੈ, ਕਿ ਕੋਈ ਵੀ ਟ੍ਰਾਂਜੈਕਸ਼ਨ ਹੈ, ਕੋਈ ਵੀ ਡੈਟ ਚੁਕਾਣਾ ਹੈ ਟੈਰੀਟੋਰੀਅਲ ਜੁਰੀਡਿਕਸ਼ਨ ਦੇ ਅੰਦਰ, ਉਹਦੀ ਹੈਲਪ ਨਾਲ ਉਹ ਕਰ ਸਕਦੇ ਆ। ਸੋ ਜਿਹੜੀ ਫਿਆਟ ਮਨੀ ਹੈ ਉਹ ਸੈਂਟਰਲ ਗਵਰਨਮੈਂਟ ਨੂੰ ਕੰਟਰੋਲ ਦਿੰਦੀ ਹੈ ਕਿ ਇਕਨੋਮੀ ਨੂੰ ਕੰਟਰੋਲ ਕਰ ਸਕੇ ਤੇ ਇਹ ਵੀ ਕੰਟਰੋਲ ਕਰ ਸਕੇ ਕਿ ਕਿੰਨੀ ਮਨੀ ਪ੍ਰਿੰਟ ਕੀਤੀ ਜਾਊਗੀ, ਠੀਕ ਹੈ। ਜਿਵੇਂ US ਡਾਲਰ, ਇੰਡੀਅਨ ਰੁਪੀ, ਯੂਰੋ, ਇਹ ਸਾਰੇ ਪੇਪਰ ਮਨੀ ਦੀ ਐਗਜ਼ਾਮਪਲਸ ਹੈ। ਇੰਡੀਆ ਦੇ ਵਿੱਚ ਦੋ ਐਸੀ ਐਂਟੀਟੀਜ਼ ਹੈ ਜਿਹੜੀ ਕਿ ਇਸ਼ੂ ਕਰਦੇ ਆ ਫਿਆਟ ਮਨੀ ਨੂੰ। ਸਭ ਤੋਂ ਪਹਿਲਾ ਐਂਟੀਟੀ ਹੈਗੀ ਗਵਰਨਮੈਂਟ ਆਫ ਇੰਡੀਆ। ਸੋ ਗਵਰਨਮੈਂਟ ਆਫ ਇੰਡੀਆ ਕੋਇਨੇਜ ਐਕਟ 1909 ਦੇ ਤਹਿਤ ਜਿੰਨੇ ਵੀ ਕੋਇਨਸ ਹੈ ਤੇ ₹1 ਦਾ ਨੋਟ ਹੈ ਜਿਹੜਾ ਉਹ ਇਸ਼ੂ ਕਰਦੀ ਹੈ, ਤੇ ਬਾਕੀ ਜਿਹੜੇ ਬਚ ਕੇ ਰੁਪੀਸ ਦੇ ਨੋਟਸ, ਠੀਕ ਹੈ, ਉਹ RBI ਦੁਆਰਾ ਇਸ਼ੂ ਕੀਤੇ ਹੁੰਦੇ ਆ ਅੰਡਰ RBI ਐਕਟ 1934। ਓਕੇ, ਤੇ RBI ਜਿਹੜਾ ਉਹ ਵੀ ਕੰਟਰੋਲ ਕਰ ਸਕਦਾ ਹੈ ਕਿ ਕਿੰਨੀ ਮਨੀ ਪ੍ਰਿੰਟ ਆਊਟ ਹੋਊਗੀ। ਓਕੇ, ਉਹ ਤੋਂ ਬਾਅਦ ਨੈਕਸਟ ਹੁਣ ਫਿਆਟ ਮਨੀ ਦੇ ਵਿੱਚ ਕਿਹੜੀ ਚੀਜ਼ਾਂ ਨਹੀਂ ਆਣਗੀਆਂ। ਐਸੀ ਮਨੀ ਜਿਹਦੇ ਨਾਲ ਗਵਰਨਮੈਂਟ ਦੀ ਸਹਿਮਤੀ ਨਹੀਂ ਹੈ, ਮਤਲਬ ਜਿਹਨੂੰ ਗਵਰਨਮੈਂਟ ਨੇ ਲੀਗਲ ਨਹੀਂ ਕਰਾਰ ਕੀਤਾ ਹੋਇਆ। ਉਹ ਤੋਂ ਬਾਅਦ ਜਿਵੇਂ ਕਿ ਪਲਾਸਟਿਕ ਕੋਇਨਸ ਹੋ ਗਏ, ਕੂਪਨਸ ਵਗੈਰਾ ਹੋ ਗਏ, ਸ਼ੇਅਰਸ ਹੋ ਗਏ, ਬੌਂਡਸ ਹੋ ਗਏ, ਡਿਬੈਂਚਰਸ ਹੋ ਗਏ, ਗਵਰਨਮੈਂਟ ਸਿਕਿਉਰਿਟੀਜ਼ ਹੋ ਗਈਆਂ, ਟ੍ਰੈਜਰੀ ਬਿਲਸ ਹੋ ਗਏ, ठीक है। देन डिमांड डिपॉजिट, चेक्स, क्रेडिट कार्ड हो गए, ATM कार्ड हो गए, बिटकॉइन हो गया, कोई भी डिजिटल करेंसी है, ये सारी फिएट मनी दे विच नहीं आती। और तो बाद नेक्स्ट है वर्चुअल मनी। सो वर्चुअल करंसी केड़ी हुंदी है, वर्चुअल मनी केड़ी हुंदी है, ये अनरैगुलेटेड डिजिटल करंसी है जिहड़ी कि सिर्फ इलैक्ट्रॉनिक फॉर्म दे विच है, जिवें अजकल अपने कोल बिटकॉइन्स चल रहे ने, ठीक है। सो ये की है वर्चुअल मनी है, मतलब ये एवें तुहानूं दिख तां नहीं रही, तुसीं इहनूं छू भी नहीं सकदे, इलैक्ट्रॉनिक फॉर्म दे विच है। ओके, ਜਿਹੜੀ ਵਰਚੁਅਲ ਕਰੰਸੀ ਹੁੰਦੀ ਹੈ ਇਹ ਬਲੌਕਚੇਨ ਨੈਟਵਰਕ ਚ ਹੁੰਦੀ ਹੈ ਤੇ ਇਹਨੂੰ ਕੋਈ ਵੀ ਸੈਂਟਰਲਾਈਜ਼ਡ ਬੈਂਕਿੰਗ ਅਥਾਰਟੀ ਕੰਟਰੋਲ ਨਹੀਂ ਕਰ ਰਹੀ ਹੁੰਦੀ। ਉਹ ਤੋਂ ਬਾਅਦ ਨੈਕਸਟ ਆਪਣੇ ਕੋਲ ਹੈ ਮਨੀ ਸਪਲਾਈ। ਮਨੀ ਸਪਲਾਈ ਦਾ ਮਤਲਬ ਕੀ ਹੁੰਦਾ, ਟੋਟਲ ਸਟਾਕ ਜਿੰਨੇ ਵੀ ਮਨੀ ਦੀ ਹੈ, ਜਿਵੇਂ ਕਰੰਸੀ ਤੇ ਡਿਪੋਜ਼ਿਟ ਮਨੀ ਜਿਹੜੀ ਕਿ ਪਬਲਿਕ ਦੇ ਕੋਲ ਹੈਗੀ ਹੈ। ਸੋ ਪਬਲਿਕ ਦਾ ਮਤਲਬ ਕੀ ਹੁੰਦਾ ਕਿ ਆਮ ਨਾਗਰਿਕ ਬੈਂਕਸ ਤੇ ਗਵਰਨਮੈਂਟ ਨੂੰ ਛੱਡ ਕੇ। ਮਨੀ ਸਪਲਾਈ ਮਤਲਬ ਕਿ ਕਿੰਨੀ ਮਨੀ ਘੁੰਮ ਰਹੀ ਹੈ ਪਬਲਿਕ ਦੇ ਵਿੱਚ, ठीक है, जिन्नी बैंक च पई है ਉਹਨੂੰ ਛੱਡ ਦੋ ਤੇ ਜਿੰਨੀ ਗਵਰਨਮੈਂਟ ਕੋਲ ਹੈ ਉਹਨੂੰ ਛੱਡ ਦੋ, ਬਾਕੀ ਪਬਲਿਕ ਦੇ ਵਿੱਚ ਕਿੰਨੀ ਮਨੀ ਸਪਲਾਈ ਹੋ ਰਹੀ ਉਹਨੂੰ ਬੋਲਦੇ ਆ ਮਨੀ ਸਪਲਾਈ। ਹੁਣ ਬੈਂਕ ਡਿਪੋਜ਼ਿਟ ਕਿਹੜੀ ਤਰ੍ਹਾਂ ਦੇ ਹੁੰਦੇ ਆ, ਕਰੰਟ ਅਕਾਊਂਟ, ਫਿਕਸਡ ਡਿਪੋਜ਼ਿਟ, ਰੀਕਰਿੰਗ ਡਿਪੋਜ਼ਿਟ ਅਕਾਊਂਟ। ਓਕੇ, ਹੁਣ ਇਹਦੇ ਵਿੱਚ ਤੁਸੀਂ ਇੱਕ ਚੀਜ਼ ਯਾਦ ਰੱਖਣੀ ਹੈ, ਉਹ ਕੀ ਹੈ ਕਿ ਜਿਹੜੀ ਡਿਮਾਂਡ ਡਿਪੋਜ਼ਿਟ ਹੈ ਉਹਨੂੰ ਆਪਾਂ ਔਨ ਡਿਮਾਂਡ ਬੈਂਕਸ ਤੋਂ ਵਿਡਰਾਅ ਕਰ ਸਕਦੇ ਹਾਂ, ਜਿਹੜੀ ਟਾਈਮ ਡਿਪੋਜ਼ਿਟ ਹੈ ਉਹਨੂੰ ਆਫਟਰ ਸਪੈਸੀਫਿਕ ਟਾਈਮ ਹੀ ਆਪਾਂ ਕੱਢ ਸਕਦੇ ਹਾਂ, ਜਿਵੇਂ ਕਿ FD ਹੋ ਗਈ, ठीक है। ਉਹ ਤੋਂ ਬਾਅਦ ਨੈਕਸਟ ਜਿਹੜੀ ਆਪਣੇ ਕੋਲ ਨੈਰੋ ਮਨੀ ਹੁੰਦੀ ਹੈ M1, ਉਹ ਕਿਹਦੇ ਕੋਲ ਹੁੰਦੀ ਹੈ C, that is ਕਰੰਸੀ ਜਿੰਨੀ ਕਿ ਪਬਲਿਕ ਕੋਲ ਹੈ, ਪਲੱਸ DD that is ਡਿਮਾਂਡ ਡਿਪੋਜ਼ਿਟ ਕਿੰਨੀ ਹੈ ਬੈਂਕ ਕੋਲ, ਤੇ ਥਰਡ ਹੈ OD ਅਦਰ ਡਿਪੋਜ਼ਿਟ ਕਿੰਨੀ ਹੈ RBI ਕੋਲ, ਠੀਕ ਹੈ। ਅਦਰ ਡਿਪੋਜ਼ਿਟ ਹੈ ਜਿਹੜੀ ਉਹਦੇ ਕੋਲ ਡਿਮਾਂਡ ਡਿਪੋਜ਼ਿਟਸ ਹੁੰਦੀਆਂ ਨੇ ਜਿਹੜੀ RBI ਕੋਲ ਹੈ, ठीक है। ਉਹ ਤੋਂ ਬਾਅਦ ਜਿਹੜੀ M1 ਉਹਨੂੰ ਨੈਰੋ ਮਨੀ ਬੋਲਦੇ ਆ ਕਿਉਂਕਿ ਉਹਦੇ ਵਿੱਚ 100% ਲਿਕੁਇਡ ਡਿਪੋਜ਼ਿਟ ਹੁੰਦੇ ਆ, ਜਿਹੜੀ ਕਿ ਬਹੁਤ ਜ਼ਿਆਦਾ ਨੈਰੋ ਡੈਫੀਨੇਸ਼ਨ ਹੈ ਮਨੀ ਸਪਲਾਈ ਦੀ। ਓਕੇ, ਉਹ ਤੋਂ ਬਾਅਦ M2 ਹੈ ਜਿਹੜਾ ਉਹਦੇ ਵਿੱਚ M1 ਵੀ ਹੋਗੀ, that is ਨੈਰੋ ਮਨੀ ਵੀ ਹੋਗੀ, ਤੇ ਪਲੱਸ ਉਹਦੇ ਵਿੱਚ ਸੇਵਿੰਗ ਅਕਾਊਂਟ ਡਿਪੋਜ਼ਿਟ ਹੋ ਗਈਆਂ ਜਿਹੜੀ ਕਿ ਪੋਸਟ ਆਫਿਸ ਦੇ ਵਿੱਚ ਹੈ, ਠੀਕ ਹੈ। ਇੱਕ ਨੇ ਇਹਦੇ ਵਿੱਚ ਇਹ ਵੀ ਪੇਪਰ 'ਚ ਕਈ ਵਾਰ ਕੁਐਸਚਨ ਆ ਜਾਂਦਾ ਕਿ ਜਿਹੜਾ M1 ਹੈ ਉਹਨੂੰ ਨੈਰੋ ਮਨੀ ਬੋਲਾਂਗੇ, ਜਿਹੜਾ M3 ਹੈ ਉਹਨੂੰ ਬੋਲਾਂਗੇ ਬ੍ਰੌਡ ਮਨੀ। ਸੋ M3 ਦਾ ਮਤਲਬ ਕੀ ਹੋ ਗਿਆ M1 ਪਲੱਸ TD मतलब टाइम डिपॉजिट विद बैंक, ਇਹਦੇ ਵਿੱਚ ਫਿਕਸਡ ਡਿਪੋਜ਼ਿਟ, ਰੀਕਰਿੰਗ ਡਿਪੋਜ਼ਿਟ, ठीक है, ਸੇਵਿੰਗ ਅਕਾਊਂਟ ਦੀ ਜਿਹੜੀ ਟਾਈਮ ਲਾਇਬਿਲਿਟੀ ਹੈ ਉਹ ਸਭ ਕੁਝ ਇਨਕਲੂਡ ਹੋਊਗਾ। ਉਸ ਤੋਂ ਬਾਅਦ ਜਿਹੜਾ M4 ਉਹ ਕਿਹਦੇ ਕੋਲ ਹੁੰਦਾ M3 ਪਲੱਸ ਟੋਟਲ ਡਿਪੋਜ਼ਿਟ ਵਿਦ ਪੋਸਟ ਆਫਿਸ, ਠੀਕ ਹੈ। ਕਹਿੰਦਾ ਜੀ ਟੋਟਲ ਡਿਪੋਜ਼ਿਟ ਪੋਸਟ ਆਫਿਸ ਕੋਲ ਹੁੰਦੇ ਕੋਈ ਜ਼ਿਆਦਾ ਨਹੀਂ ਹੁੰਦੀ, ਸੋ ਇਸ ਲਈ ਜਿਹੜਾ M3 ਤੇ M4 ਹੈ ਉਹ ਆਲਮੋਸਟ ਇਕੁਅਲ ਆ ਜਾਂਦਾ। ਅਗਰ ਆਪਾਂ ਦੇਖੀਏ ਓਵਰਆਲ ਆਪਾਂ ਕਿੰਨੀ ਮਨੀ ਸਪਲਾਈ ਹੋ ਰਹੀ ਹੈ ਉਹਨੂੰ ਆਪਾਂ ਨੇ ਅਗਰ
ਮੈਜਰ ਕਰਨਾ ਤਾਂ ਆਪਾਂ ਕਿਹਦੀ ਹੈਲਪ ਨਾਲ ਕਰਦੇ ਹਾਂ, M3 ਦੀ ਹੈਲਪ ਦੇ ਨਾਲ। ਓਕੇ, ਸੋ ਇੱਕ ਚੀਜ਼ ਯਾਦ ਰੱਖਿਓ, ਗਵਰਨਮੈਂਟ ਨੇ ਵਾਈ ਵੀ ਰੈਡੀ ਕਮੇਟੀ ਬਣਾਈ ਸੀਗੀ ਮੈਜਰਸ ਨੂੰ ਰਿਵਾਈਜ਼ ਕਰਨ ਦੇ ਲਈ ਮਨੀ ਸਪਲਾਈ ਦੇ। ਬਸ ਇਹਦੇ ਵਿੱਚ ਨਾ ਪੇਪਰ 'ਚ ਤੁਹਾਨੂੰ ਬਸ ਇੰਨਾ ਯਾਦ ਰੱਖਣਾ ਕਿ M1 M2 M3 M4 ਕਿਹਦੇ ਇਕੁਅਲ ਹੁੰਦਾ, ਜਿਹੜਾ ਬਾਕਸ 'ਚ ਬਣੇ ਹੋਏ ਆ ਬਸ ਇਹਨਾਂ ਨੂੰ ਯਾਦ ਰੱਖਿਓ। ਤੇ M1 ਨੂੰ ਨੈਰੋ ਮਨੀ ਬੋਲਦੇ ਆ, M3 ਨੂੰ ਬ੍ਰੌਡ ਮਨੀ ਬੋਲਦੇ ਆ। ਜਰਨਲੀ ਅਗਰ ਆਪਾਂ ਨੇ ਮਨੀ ਸਪਲਾਈ ਦੇਖਣੀ ਹੈ ਤਾਂ ਆਪਾਂ M3 ਦੀ ਫਾਰਮ 'ਚ ਦੇਖਦੇ ਹਾਂ। ਠੀਕ ਹੈ, ਨੈਕਸਟ ਦੇਖੋ ਮੋਨੇਟਰੀ ਸਿਸਟਮ ਇਨ ਇੰਡੀਆ। ਇੰਡੀਆ ਦੇ ਵਿੱਚ ਜਿਹੜੀ ਕਰੰਸੀ ਉਹਨੂੰ ਪ੍ਰਿੰਟ ਕੀਤਾ ਜਾਂਦਾ ਹੈ ਮਿਨੀਮਮ ਰਿਜ਼ਰਵ ਸਿਸਟਮ ਦੇ ਤੇ ਪ੍ਰੋਵੀਜ਼ਨ ਦੇ ਉੱਪਰ। ਠੀਕ ਹੈ, ਜਿਹੜਾ RBI ਹੈ ਉਹਨੂੰ 200 ਕਰੋੜ ਦੇ ਮਿਨੀਮਮ ਰਿਜ਼ਰਵਸ ਆ ਜਿਹੜੇ ਰੱਖਣੇ ਪੈਂਦੇ ਆ ਕਿਹਦੀ ਫਾਰਮ ਦੇ ਵਿੱਚ, 골ਡ, ਫੋਰਨ ਸਿਕਿਉਰਿਟੀਜ਼। ਠੀਕ ਹੈ, 골ਡ ਹੈ ਜਿਹੜਾ ਉਹ 115 ਕਰੋੜ ਤੱਕ ਦਾ ਹੋਣਾ ਚਾਹੀਦਾ ਹੈ ਤੇ ਫੋਰਨ ਸਿਕਿਉਰਿਟੀਜ਼ ਹੈ ਜਿਹੜੀ ਉਹਦੀ ਕੋਈ ਵੀ ਮਿਨੀਮਮ ਰਿਕੁਆਇਰਮੈਂਟ ਨਹੀਂ ਰੱਖੀ ਹੋਈ। ਹੁਣ ਮਿਨੀਮਮ ਰਿਜ਼ਰਵ ਸਿਸਟਮ ਦਾ ਮਤਲਬ ਕੀ ਹੋ ਗਿਆ ਕਿ ਕਿੰਨੇ ਕਰੰਸੀ ਜਿਹੜੀ RBI ਉਹਨੂੰ ਹੋਲਡ ਕਰਕੇ ਰੱਖਣੀ ਪਊਗੀ ਕਿ ਅਗਰ ਕੱਲ ਕੋਈ ਫਿਊਚਰ 'ਚ ਐਸੀ ਐਮਰਜੈਂਸੀ ਕੰਡੀਸ਼ਨ ਆ ਜਾਂਦੀ ਹੈ ਤਾਂ ਮਿਨੀਮਮ ਰਿਜ਼ਰਵ ਆਪਣੇ ਕੋਲ ਇੰਨੇ ਹੋਣੇ ਚਾਹੀਦੇ ਹਨ ਤਾਂ ਕਿ ਆਪਣੀ ਡੇ ਟੂ ਡੇ ਐਕਟੀਵਿਟੀਜ਼ ਹੈ ਜਿਹੜੀਆਂ ਉਹ ਚੱਲ ਸਕਣ ਤੇ ਇੰਡੀਅਨ ਇਕਨੋਮੀ ਦੇ ਉੱਪਰ ਜ਼ਿਆਦਾ ਪ੍ਰਭਾਵ ਨਾ ਪਵੇ। ਠੀਕ ਹੈ, ਜਿਹੜਾ RBI ਹੈ ਉਹ ਪ੍ਰਿੰਟ ਕਰ ਸਕਦਾ ਅਨਲਿਮਿਟਿਡ ਕਰੰਸੀ ਅਗੇਂਸਟ ਦ ਬੈਕਿੰਗ ਆਫ 골ਡ, ਫੋਰਨ ਸਿਕਿਉਰਿਟੀਜ਼ ਐਂਡ ਗਵਰਨਮੈਂਟ ਸਿਕਿਉਰਿਟੀਜ਼। ਜਿਹੜੀ ਫੋਰਨ ਸਿਕਿਉਰਿਟੀਜ਼ ਹੁੰਦੀਆਂ ਉਹ ਫਾਈਨੈਂਸ਼ੀਅਲ ਐਸੈਟਸ ਹੁੰਦੇ ਆ। ਠੀਕ ਹੈ, ਇੰਡੀਆ ਦੇ ਵਿੱਚ 4 ਕਰੰਸੀਜ਼ ਹੈ ਜਿਨ੍ਹਾਂ ਨੂੰ ਫੋਰਨ ਸਿਕਿਉਰਿਟੀਜ਼ ਮੰਨਿਆ ਜਾਂਦਾ, ਉਹ ਕਿਹੜੀ-ਕਿਹੜੀਆਂ, US ਡਾਲਰ, UK ਪਾਉਂਡ, ਜੈਪਨੀਜ਼ ਯੈਨ ਤੇ ਯੂਰੋ। ਓਕੇ, ਉਹ ਤੋਂ ਬਾਅਦ ਨੈਕਸਟ ਰਿਜ਼ਰਵ ਬੈਂਕ ਆਫ ਇੰਡੀਆ। ਜਿਹੜਾ RBI ਹੈ ਉਹਨੂੰ ਸੈਂਟਰਲ ਬੈਂਕ ਬੋਲਦੇ ਆ ਕੰਟਰੀ ਦਾ। ਇਹਨੂੰ ਐਸਟੈਬਲਿਸ਼ ਕੀਤਾ ਗਿਆ ਸੀ 1 ਅਪ੍ਰੈਲ 1935 ਦੇ ਵਿੱਚ ਅੰਡਰ RBI ਐਕਟ 1934। ਇਹਦੇ ਵਿੱਚ ਮੈਂ ਤੁਹਾਨੂੰ ਜਿੰਨੇ ਵੀ ਪੁਆਇੰਟਸ ਦੱਸ ਰਹੀ ਹਾਂ RBI ਦੇ ਸਾਰੇ ਇੰਪੋਰਟੈਂਟ ਹੈ ਤੇ ਸਾਰੇ ਆਪਣੇ ਆਪ 'ਚ ਇੱਕ ਕੁਐਸਚਨ ਹੈ, ਸੋ ਧਿਆਨ ਨਾਲ ਸਮਝਿਓ। ਠੀਕ ਹੈ, ਜਿਹੜਾ ਰਿਜ਼ਰਵ ਬੈਂਕ ਆਫ ਇੰਡੀਆ ਹੈ, ਠੀਕ ਹੈ, ਉਹਨੂੰ ਐਸਟੈਬਲਿਸ਼ ਕੀਤਾ ਗਿਆ ਸੀ ਔਨ ਦਾ ਰਿਕਮੈਂਡੇਸ਼ਨ ਆਫ ਹਿਲਟਨ ਯੰਗ ਕਮੇਟੀ। RBI ਨੂੰ ਨੈਸ਼ਨਲਾਈਜ਼ ਕਦੋਂ ਕੀਤਾ ਗਿਆ ਸੀ? 1 ਜਨਵਰੀ 1949 ਨੂੰ। ਗਵਰਨਰ ਹੈ ਜਿਹੜਾ ਉਹ ਹੈਡ ਹੁੰਦਾ RBI ਦਾ ਤੇ ਇਸ ਟਾਈਮ ਤੇ ਗਵਰਨਰ ਕੌਣ ਹੈ? ਸ਼ਕਤੀ ਕਾਂਤ ਦਾਸ। ਸੋ ਦੇਖੋ ਇੱਥੇ ਇੱਕ ਚੀਜ਼ ਮੈਂ ਤੁਹਾਨੂੰ ਕਰੈਕਟ ਕਰਵਾਉਣਾ ਚਾਹੁੰਦੀ ਹਾਂ ਕਿ ਜਿਹੜਾ ਫਾਈਨੈਂਸ਼ੀਅਲ ਈਅਰ RBI ਦਾ ਉਹ ਪਹਿਲਾਂ ਹੁੰਦਾ ਸੀ 1 ਜੁਲਾਈ ਤੋਂ ਲੈ ਕੇ 30 ਜੂਨ, ਬਟ ਹੁਣ RBI ਨੇ ਚੀਜ਼ ਨੂੰ ਹਟਾਤਾ। ਹੁਣ ਜਿਹੜਾ ਫਾਈਨੈਂਸ਼ੀਅਲ ਈਅਰ ਹੈ ਉਹ 1 ਅਪ੍ਰੈਲ ਤੋਂ ਲੈ ਕੇ 31 ਮਾਰਚ ਤੱਕ ਦਾ ਹੁੰਦਾ ਹੈ। ਠੀਕ ਹੈ, ਸੋ ਇਹ ਚੀਜ਼ ਯਾਦ ਰੱਖਿਓ, ਇੱਥੇ ਮਿਸਟੇਕ ਕੀਤੀ ਹੋਈ ਹੈ, ਇਹ ਪਹਿਲਾਂ ਹੁੰਦਾ ਸੀ ਹੁਣ ਚੇਂਜ ਹੋ ਗਿਆ। ਉਹਦੇ ਬਾਅਦ ਫੰਕਸ਼ਨਸ ਆਫ RBI। ਫੰਕਸ਼ਨਸ ਕੀ RBI ਦੇ? ਓਨਲੀ ਕਰੰਸੀ ਅਥਾਰਟੀ ਇੰਡੀਆ ਦੀ, ਮਤਲਬ ਜਿਹੜੀ ਕਰੰਸੀ ਨੂੰ ਇਸ਼ੂ ਕਰ ਸਕਦੀ ਹੈ। ਠੀਕ ਹੈ, ਇਹਨੂੰ ਗਵਰਨਮੈਂਟ ਦਾ ਬੈਂਕ ਵੀ ਬੋਲਦੇ ਆ। ਜਿੰਨੇ ਵੀ ਫਾਈਨੈਂਸ਼ੀਅਲ ਟ੍ਰਾਂਜੈਕਸ਼ਨ ਹੈ ਗਵਰਨਮੈਂਟ ਦੇ ਉਹ RBI ਦੇ ਥਰੂ ਹੁੰਦੇ ਆ। ਠੀਕ ਹੈ, RBI ਨੂੰ ਬੈਂਕਰਸ ਬੈਂਕ ਵੀ ਬੋਲਦੇ ਆ ਕਿਉਂਕਿ ਜਿਹੜੇ ਕਮਰਸ਼ੀਅਲ ਬੈਂਕ ਹੈ ਉਹਨਾਂ ਨੂੰ ਰਿਜ਼ਰਵ ਰੱਖਣੇ ਪੈਂਦੇ ਆ RBI ਦੇ ਵਿੱਚ ਤੇ RBI ਹੈ ਜਿਹੜੀ ਉਹ ਮਨੀ ਦਿੰਦੀ ਹੈ ਦੂਸਰੇ ਬੈਂਕ ਨੂੰ, ਸੋ ਇਹਨੂੰ ਬੈਂਕਰਸ ਬੈਂਕ ਬੋਲਦੇ ਆ, ਵੀ ਬੈਂਕਾਂ ਦਾ ਵੀ ਬੈਂਕ। ਠੀਕ ਹੈ, ਜਿੱਥੇ ਬੈਂਕ ਵੀ ਪੈਸੇ ਆਪਣੇ ਜਮ੍ਹਾਂ ਕਰਾਉਂਦੇ ਨੇ। RBI ਨੂੰ ਲੈਂਡਰ ਆਫ ਲਾਸਟ ਰਿਜ਼ੋਰਟ ਬੋਲਦੇ ਆ। ਜਿੰਨੀਆਂ ਵੀ ਟਰਮਸ ਦੱਸ ਰਹੀਆਂ ਸਾਰੀਆਂ ਇੰਪੋਰਟੈਂਟ ਹੈ ਕਿ ਬੈਂਕਰਸ ਬੈਂਕ ਬੋਲਦੇ ਆ, ਠੀਕ ਹੈ, ਜਾਂ ਫਿਰ ਲੈਂਡਰ ਆਫ ਲਾਸਟ ਰਿਜ਼ੋਰਟ ਬੋਲਦੇ ਆ, ਸਿੱਧਾ ਪੇਪਰ 'ਚ ਕੁਐਸਚਨ ਆਉਂਦਾ ਹੈ। ਓਕੇ, ਇਹ ਪ੍ਰੋਵਾਈਡ ਕਰਦਾ ਹੈ ਹਾਊਸਿੰਗ ਫੈਸਿਲਿਟੀਜ਼ ਬੈਂਕ ਨੂੰ। ਠੀਕ ਹੈ, ਜਿੰਨੇ ਵੀ ਕਲੇਮਸ ਹੈ ਇੱਕ ਬੈਂਕ ਦੇ ਦੂਸਰੇ ਬੈਂਕ ਦੇ ਨਾਲ, ਉਹ ਸਾਰੇ ਉਹਨਾਂ ਦੀ ਸੈਟਿੰਗ ਕੌਣ ਕਰਦਾ ਹੈ? RBI। ਠੀਕ ਹੈ, ਕਿਹੜੀ ਫੈਸਿਲਿਟੀਜ਼ ਦੀ ਹੈਲਪ ਦੇ ਨਾਲ? ਜਿਵੇਂ ਕਿ NEFT ਦੈਟ ਇਜ਼ ਨੈਸ਼ਨਲ ਇਲੈਕਟ੍ਰੋਨਿਕ ਫੰਡ ਟ੍ਰਾਂਸਫਰ, ਜਾਂ ਫਿਰ RTGS ਦੈਟ ਇਜ਼ ਰੀਅਲ ਟਾਈਮ ਗ੍ਰੋਸ ਸੈਟਲਮੈਂਟ ਸਿਸਟਮ। ਉਹ ਤੋਂ ਬਾਅਦ ਜਿਹੜਾ RBI ਹੈ ਸੁਪਰਵਾਈਜ਼ਰ ਹੈ ਬੈਂਕ ਦਾ ਤੇ ਨਾਨ ਬੈਂਕਿੰਗ ਫਾਈਨੈਂਸ਼ੀਅਲ ਇੰਸਟੀਟਿਊਟਸ ਦਾ। ਇਹਨੂੰ ਆਪਾਂ ਅਗਲੇ ਲੈਕਚਰ 'ਚ ਡਿਸਕਸ ਕਰਾਂਗੇ। ਠੀਕ ਹੈ, ਬੈਂਕਸ ਦੇ ਬਾਰੇ ਤੇ ਨਾਨ ਬੈਂਕਿੰਗ ਫਾਈਨੈਂਸ਼ੀਅਲ ਇੰਸਟੀਟਿਊਟਸ ਦੇ ਬਾਰੇ। ਉਹ ਤੋਂ ਬਾਅਦ ਜਿਹੜਾ RBI ਹੈ ਉਹ ਕਸਟੋਡੀਅਨ ਹੈ ਫੋਰਨ ਐਕਸਚੇਂਜ ਰਿਜ਼ਰਵਸ ਦਾ। ਓਕੇ, ਸੋ ਜਿਹੜੀ RBI ਦੀ ਮੋਨੇਟਰੀ ਪਾਲਿਸੀ ਹੈ ਤੇ ਬਾਕੀ ਹੋਰ ਟਾਈਪਸ ਹੈ ਜਿਹੜੀ ਬੈਂਕਸ ਦੀਆਂ, ਠੀਕ ਹੈ, ਉਹ ਸਾਰਾ ਕੁਝ ਆਪਾਂ ਨੈਕਸਟ ਲੈਕਚਰ 'ਚ ਦੇਖਾਂਗੇ। ਸੋ ਅੱਜ ਲਈ ਇੰਨਾ ਹੀ। ਥੈਂਕ ਯੂ ਸੋ ਮਚ।